ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਪੰਜਾਬ ਵਿਜੀਲੈਂਸ ਨੇ ਮੋਹਾਲੀ ਦੇ DFO ਅਤੇ ਕੰਟਰੈਕਟਰ ਨੂੰ ਅਰੈਸਟ ਕੀਤਾ ਤੇ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਫੋਰੈਸਟ ਆਫੀਸਰ ਨੇ ਕਈ ਮਾਧਿਅਮਾਂ ਰਾਹੀਂ ਰਿਸ਼ਵਤ ਦੀ ਮੰਗ ਕੀਤੀ। ਦੇਖੋ, ਹਾਲਾਂਕਿ ਭਗਵੰਤ ਮਾਨ ਸਰਕਾਰ ਦਾ ਦਾਅਵਾ ਸੀ ਕਿ ਬਈ ਆਪਾਂ ਕਰਪਸ਼ਨ ਬੰਦ ਕਰ ਦਾਂਗੇ, ਪਰ ਕਰਪਸ਼ਨ ਬੰਦ ਹੁੰਦੇ ਨਜ਼ਰ ਨਹੀਂ ਆ ਰਹੀ। ਚਲੋ, ਆਪਾਂ ਇਹਦੇ ਲਈ ਹਜੇ ਸਰਕਾਰ ਨੂੰ ਇੰਟਾਇਰਲੀ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਇਹ ਸਾਡੇ ਕਲਚਰ ਦਾ ਪਾਰਟ ਬਣ ਗਈ, ਸਿਸਟਮ ਦਾ ਪਾਰਟ ਬਣ ਗਈ ਹੈ। ਇਸ ਚੀਜ਼ ਦੇ ਉੱਤੇ ਉਹਨਾਂ ਨੇ ਜਿਹੜੇ ਸ਼ਿਕਾਇਤਕਰਤਾ ਨੇ ਕਰਨਲ ਸੰਧੂ, ਜਿਹੜੇ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਵਿਕਸ ਇਮੀਗ੍ਰੇਸ਼ਨ ਫਰਮ ਤੇ ਹੋਰ ਵੀ ਰੀਅਲ estate ਕੰਪਨੀਆਂ ਰਨ ਕਰਦੇ ਨੇ, ਤੇ ਉਹਨਾਂ ਨੂੰ DFO ਇਹ ਪ੍ਰੈਸ਼ਰਾਈਜ਼ ਕਰ ਰਿਹਾ ਸੀ ਕਿ ਤੁਸੀਂ ਇਹ ਜਿਹੜਾ ਬਣਾ ਰਹੇ ਹੋ, ਫਾਰਮ ਹਾਊਸਿਸ ਬਣਾ ਰਹੇ ਹੋ, ਇਹ ਫੋਰੈਸਟ ਲੈਂਡ 'ਤੇ ਬਣਾ ਰਹੇ ਹੋ, ਅਤੇ ਜੇ ਤੁਸੀਂ ਇੱਥੇ ਬਣਾਉਣੇ ਆ ਤਾਂ ਯੂ ਹੈਵ ਟੂ ਪੇ, ਮੈਨੂੰ ਬਰਾਈਬ ਕਰਨਾ ਪਏਗਾ, ਮੈਨੂੰ ਰਿਸ਼ਵਤ ਦੇਣੀ ਪਏਗੀ। ਅਤੇ ਉਹਨੇ 1 ਕਰੋੜ ਰੁਪਇਆ ਐਡਵਾਂਸ ਅਤੇ ਫਿਰ 10 ਲੱਖ ਰੁਪਏ ਹਰ ਮਹੀਨੇ ਇਸ ਤਰ੍ਹਾਂ ਸਮਾਂ ਇੱਕ ਰਿਸ਼ਵਤ ਮੰਗੀ, ਅਤੇ ਜਿਹਦੀ ਰਿਕਾਰਡਿੰਗ ਕਰਕੇ ਮਿਸਟਰ ਸੰਧੂ ਨੇ ਜਿਹੜਾ CM ਦਾ ਸ਼ਿਕਾਇਤ ਪੋਰਟਲ ਸੀ ਉੱਤੇ ਕੀਤੀ, ਅਤੇ ਉਹਦੀ ਜਾਂਚ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਇਹ ਇੱਕ ਚੰਗਾ ਐਗਜ਼ਾਮਪਲ ਹੈ ਕਿ ਬਈ ਜਿਹੜਾ ਬੰਦਾ ਅੱਜ ਉਸ ਪੋਰਟਲ ਦੀ ਐਫੀਸ਼ੀਐਂਸੀ ਨਜ਼ਰ ਆਉਂਦੀ ਹੈ ਨਾ, ਕਿ ਉਸ ਪੋਰਟਲ 'ਤੇ ਜੇ ਸ਼ਿਕਾਇਤ ਜਾਂਦੀ, ਐਕਸ਼ਨ ਹੁੰਦਾ ਹੈ, ਅਤੇ ਮੈਨੂੰ ਲੱਗਦਾ ਬੜੇ ਬਾਕੀ ਲੋਕਾਂ ਨੂੰ ਹੌਸਲਾ ਮਿਲੇਗਾ ਕਿ ਬਈ ਜੇ ਉਹ ਬੁਲੀ ਹੋ ਰਹੇ ਨੇ ਇਸ ਵੇਲੇ, ਜੇ ਸਰਕਾਰੀ ਅਫਸਰ ਉਹਨਾਂ ਕੋਲ ਪੈਸੇ ਦੀ ਮੰਗ ਕਰਦੇ ਪਏ ਨੇ, ਅਤੇ ਉਹ ਇੱਥੇ ਸ਼ਿਕਾਇਤ ਪਾਉਣ, ਰਿਕਾਰਡਿੰਗ ਕਰਨ, ਜਾਂ ਹੋਰ ਵੀ ਬੜੇ ਤਰੀਕੇ ਨੇ। ਲੋਕ ਜਦੋਂ ਰਿਸ਼ਵਤ ਮੰਗਦੇ ਨੇ, ਯੂ ਕੈਨ ਫਿਗਰ ਇਟ ਆਊਟ, ਭਾਵੇਂ ਉਹ ਕਿਸੇ ਬੰਦੇ ਦੇ ਥਰੂ ਕਰਦੇ ਹੋਣ ਆਪਣੇ ਆਪ ਨੂੰ ਲੀਗਲੀ ਬਚਾਅ ਕਰਨ ਲਈ। ਕਰਪਸ਼ਨ ਨੂੰ ਜੜੋਂ ਖਤਮ ਕਰਨਾ ਪਏਗਾ। ਅੱਜ ਸਾਡੀਆਂ ਜ਼ਿਆਦਾਤਰ ਪ੍ਰੋਬਲਮਸ ਜੋ ਹੈਗੀਆਂ ਨੇ, ਆਪਾਂ ਭਾਵੇਂ ਲਾਅ ਐਂਡ ਆਰਡਰ ਦੀਆਂ ਹੈਗੀਆਂ, ਭਾਵੇਂ ਡਰੱਗਸ ਦੀ ਹੈਗੀ ਆ, ਭਾਵੇਂ ਇਹ ਗੈਂਗਸਟਰ ਦਾ ਇਸ਼ੂ ਹੈ, ਇਹਦੇ ਵਿੱਚ ਕਰਪਸ਼ਨ ਇੱਕ ਕੋਰ ਦੇ ਵਿੱਚ ਹੈਗਾ ਉਹਦੀ। ਜਦੋਂ ਸਿਸਟਮ 'ਚ ਕਰਪਸ਼ਨ ਹੁੰਦੀ ਆ, ਤੁਸੀਂ ਕੋਈ ਵੀ ਜਿਹੜੀ ਪਬਲਿਕ ਸਰਵਿਸ ਦੇਣੀ ਹੈ, ਸਿਕਿਉਰਿਟੀ ਦੀ, ਡਿਵੈਲਪਮੈਂਟ ਦੀ, ਕੋਈ ਵੀ ਹੋਰ ਹੈਲਥ ਦੀ, ਉਹਦੀ ਕੁਆਲਿਟੀ ਲੋ ਹੋ ਜਾਂਦੀ ਹੈ, ਉਹ ਸਹੀ ਲੋਕਾਂ ਤੱਕ ਨਹੀਂ ਪਹੁੰਚਦੀ, ਉਹਦੇ 'ਚ ਲੀਕੇਜਸ ਆ ਜਾਂਦੇ ਨੇ। ਅਤੇ ਮੈਨੂੰ ਲੱਗਦਾ ਹੈ ਕਿ ਹੌਲੀ ਹੈ ਜਿਹੜੀ CM ਦੀ ਸਰਵਿਸ ਹੈ, ਕਾਲ ਕਿ ਤੁਸੀਂ ਜੇ ਯੂ ਕੈਨ ਫਾਈਲ ਕੰਪਲੇਨ ਅਗੇਂਸਟ ਕੋਈ ਵੀ ਕਰਪਸ਼ਨ ਹੈਲਪਲਾਈਨ ਨੰਬਰ ਜਿਹੜਾ ਹੈਗਾ, ਇਹ ਕਾਰਗਰ ਤਾਈਓ ਸਿੱਧ ਹੋਏਗਾ ਜੇ ਲੋਕ ਇਹਨੂੰ ਯੂਜ਼ ਕਰਨ ਅਤੇ ਇਹੋ ਜਿਹੇ ਐਗਜ਼ਾਮਪਲ ਸਾਹਮਣੇ ਆਉਣਗੇ। ਇਟਸ ਅ ਸਟੈਪ ਇਨ ਦੀ ਰਾਈਟ ਡਾਇਰੈਕਸ਼ਨ। ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਆ ਕਿ ਜਿੰਨੇ ਕੰਪਲੇਨ ਕੀਤੀ ਆ ਉਹ ਵੀ ਜਾਂਚ ਕੀਤੀ ਜਾਵੇ ਕਿ ਵਾਕਈ ਉਹ ਫੋਰੈਸਟ ਲੈਂਡ 'ਤੇ ਕੰਸਟਰਕਸ਼ਨ ਤਾਂ ਨਹੀਂ ਕਰਦੇ ਪਏ। ਕਿਉਂਕਿ ਥੋੜ੍ਹੇ ਦਿਨ ਪਹਿਲਾਂ ਮੀਡੀਆ 'ਚ ਕਾਫੀ ਆਇਆ ਸੀ ਕਿ ਪੰਜਾਬ ਨਿਊ ਚੰਡੀਗੜ੍ਹ ਵਾਲੇ ਰੀਜਨ 'ਚ, ਜਾਂ ਜਿਹੜੇ ਇਸ ਵੇਲੇ ਟਰਾਈ ਸਿਟੀ ਦੇ ਆਸ-ਪਾਸ ਦਾ ਜਿਹੜਾ ਪੰਜਾਬ ਦਾ ਰੀਜਨ ਹੈ, ਉਹ 'ਚ ਬਹੁਤ ਇਲੀਗਲ ਫਾਰਮ ਹਾਊਸਿਸ ਬਣੇ ਹੋਏ ਨੇ, ਜਿਹੜੇ ਉੱਤੇ ਫੋਰੈਸਟ ਲੈਂਡ ਹੈ, ਜਿਹੜਾ ਉੱਥੋਂ ਦਾ ਪ੍ਰੋਟੈਕਟਿਡ ਏਰੀਆ ਹੈਗਾ। ਅਤੇ ਉਸ ਚੀਜ਼ ਦੇ ਉੱਤੇ ਵੀ ਇਨਕੁਆਇਰੀ ਹੋਣੀ ਚਾਹੀਦੀ, ਕਿਉਂਕਿ ਹਰ ਵਾਰੀ ਇਕੱਲਾ ਸਰਕਾਰੀ ਅਫਸਰ ਹੀ ਗੁਨੇਗਾਰ ਨਹੀਂ ਹੁੰਦਾ ਜੀ। ਪ੍ਰਾਈਵੇਟ ਪਾਰਟੀਜ਼ ਵੀ ਜਿਹੜੀਆਂ ਬਿਜ਼ਨਸ ਕਰਦੀਆਂ ਨੇ ਜਾਂ ਇਲੀਗਲ ਕੰਮ ਕਰਦੀਆਂ ਨੇ, ਉਹਨਾਂ ਦੀ ਵੀ ਇਕੁਅਲ ਜ਼ਿੰਮੇਵਾਰੀ ਬਣਦੀ ਹੈ। ਅਤੇ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ 3 ਕਰੋੜ ਪੰਜਾਬੀ ਨੇ, 300 ਪੋਲੀਟੀਸ਼ੀਅਨ ਸਾਨੂੰ ਇਮਾਨਦਾਰ ਜਾਂ ਬੇਈਮਾਨ ਨਹੀਂ ਬਣਾਉਂਦੇ। ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ, ਨੋ ਡਾਊਟ, ਪਰ ਸਾਡੀ ਆਪਣੀ ਜ਼ਿੰਮੇਵਾਰੀ, ਅਸੀਂ ਆਪਣੀ ਕੀ ਵੈਲਿਊ ਸਿਸਟਮ ਲੈ ਕੇ ਚੱਲਦੇ ਪਏ, ਉਹ ਜ਼ਿਆਦਾ ਜ਼ਰੂਰੀ ਹੈ। ਸਰ, ਹੁਣ ਪੰਜਾਬ ਦੇ ਗੈਂਗਸਟਰ ਗਿਰੋਹ ਦੀ ਗੱਲ ਕਰਦੇ ਹਾਂ। ਸਿੱਧੂ ਮੂਸੇਵਾਲਾ ਦੀ ਮੌਤ, ਉਸ ਤੋਂ ਪਹਿਲਾਂ ਮੋਹਾਲੀ ਦੇ ਵਿੱਚ RPG ਗ੍ਰੇਨੇਡ ਹਮਲਾ, ਤੇ ਨਕੋਦਰ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਪਲੇਅਰ ਦਾ ਅਸੈਸੀਨੇਸ਼ਨ, ਇਹ ਕੀ ਇਵੈਂਟਸ ਹੈ ਜਿਨ੍ਹਾਂ ਨੇ ਕਾਫੀ ਹਾਈਲਾਈਟ ਕੀਤਾ ਹੈ ਹਾਲ ਦੀ ਘੜੀ ਗੈਂਗਸਟਰ ਕਲੱਬ ਨੂੰ। ਇਹ ਜਿਹੜੇ ਅਪਰਾਧਿਕ ਗਿਰੋਹ ਨੇ ਤਕਰੀਬਨ 7 ਤੋਂ 8 ਨੇ ਪੰਜਾਬ ਦੇ ਵਿੱਚ। ਸੋ ਸੂਬਾ ਸਰਕਾਰ ਇਹਦੇ ਬਾਰੇ ਕੀ ਕਰ ਰਹੀ ਹੈ ਤੇ ਕੀ ਕਰਨਾ ਚਾਹੀਦਾ ਹੈ? ਦੇਖੋ, ਪਹਿਲਾਂ ਜੇ ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਕੌਨਟੈਕਸਟ ਦੱਸਾਂ, ਅਗੇਨ ਆਪਾਂ ਜਿਵੇਂ ਗੱਲ ਕੀਤੀ ਕਰਪਸ਼ਨ ਦੀ, ਇਹ ਗੈਂਗਸਟਰ ਸਟਰੋਂਗ ਕਿਵੇਂ ਹੁੰਦੇ ਨੇ? ਜਦੋਂ ਇੱਥੇ ਸਰਕਾਰਾਂ ਆਪ ਅਲੱਗ-ਅਲੱਗ ਮਾਫੀਆ ਬਣਾਉਣਗੇ, ਭਾਵੇਂ ਰੇਤ ਮਾਫੀਆ ਹੈ, ਭਾਵੇਂ ਸ਼ਰਾਬ ਮਾਫੀਆ ਹੈ, ਭਾਵੇਂ ਕੋਈ ਡਰੱਗ ਮਾਫੀਆ ਹੈ, ਇਹਨਾਂ ਦੀ ਪ੍ਰੋਟੈਕਸ਼ਨ ਲਈ ਗੁੰਡੇ ਰੱਖਣੇ ਪੈਂਦੇ ਆ, ਇਹਨਾਂ ਦੀ ਚੀਜ਼ਾਂ ਨੂੰ ਮੂਵ ਕਰਨ ਲਈ ਗੁੰਡੇ ਰੱਖਣੇ ਪੈਂਦੇ ਆ। ਹੁਣ ਉਹ ਗੁੰਡੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਪ੍ਰੋਟੈਕਸ਼ਨ ਹੈ ਪੋਲੀਟੀਸ਼ੀਅਨ ਦੀ ਜਾਂ ਬਿਊਰੋਕਰੇਟ ਦੀ, ਉਹ ਆਪਣੇ ਆਪ ਸਟਰੋਂਗ ਹੋਣ ਲੱਗ ਪੈਂਦੇ ਆ। ਉਸ ਤੋਂ ਬਾਅਦ ਉਹ ਵੀ ਆਪਣੇ ਆਪ ਨੂੰ ਡਿਵਰਸੀਫਾਈ ਕਰਦੇ ਆ। ਹਜੇ ਤੱਕ ਤੇ ਉਹਨਾਂ 'ਤੇ ਕੰਮ ਕਰਦੇ ਪਏ ਸੀ, ਫਿਰ ਉਹ ਲੋਕਾਂ ਨੂੰ ਐਕਸਟੋਰਟ ਕਰਨਾ ਸ਼ੁਰੂ ਕਰ ਦਿੰਦੇ ਆ, ਬਦਮਾਸ਼ੀ ਲੁੱਟ ਖੋਹ ਸ਼ੁਰੂ ਕਰ ਦਿੰਦੇ। ਉਹਨਾਂ ਨੂੰ ਪਤਾ ਪੁਲਿਸ ਤਾਂ ਸਾਡੇ ਨਾਲ ਹੈ, ਸਾਨੂੰ ਪ੍ਰੋਟੈਕਸ਼ਨ ਮਿਲੀ ਹੋਈ, ਅਸੀਂ ਕਿਸੇ ਤਰੀਕੇ ਬਚ ਹੀ ਜਾਣਾ। ਅੱਜ ਕਿੰਨੇ ਗੈਂਗਸਟਰ ਤੇ ਜੇਲ੍ਹਾਂ ਦੇ ਵਿੱਚੋਂ ਆਪਣੇ ਗੈਂਗ ਚਲਾਈ ਜਾਂਦੇ ਪਏ ਨੇ, ਇਹ ਬੜਾ ਸਾਫ਼ ਦਿਖਾਉਂਦਾ ਹੈ। ਇਹਦੇ ਪਿੱਛੇ ਵੀ ਕਰਪਸ਼ਨ ਹੀ ਇੱਕ ਰੀਜ਼ਨ ਹੈ ਕਿ ਅੱਜ ਸਾਡੀ ਸਟੇਟ ਗੈਂਗਸਟਰਸ ਦੇ ਨਾਲ ਜੂਝ ਰਹੀ ਹੈ। ਹੁਣ ਇਸ ਵੇਲੇ ਸੂਬਾ ਸਰਕਾਰ ਨੂੰ ਕੀ ਕਰਨਾ ਚਾਹੀਦਾ? ਜ਼ੀਰੋ ਟੋਲਰੈਂਸ ਪੋਲਿਸੀ, ਜਿਵੇਂ UP ਸਰਕਾਰ ਨੇ, ਯੋਗੀ ਸਰਕਾਰ ਨੇ ਕੀਤਾ, ਕਿ ਵੀ ਜਿਹੜੇ ਵੀ ਗੈਂਗਸਟਰਸ ਨੇ, ਅੱਜ ਜੇ ਤੁਸੀਂ ਉੱਥੇ UP 'ਚ ਜਾ ਕੇ ਗੱਲ ਕਰੋ, ਕਿਉਂਕਿ ਮੈਂ ਸਹਾਰਨਪੁਰ ਏਰੀਆ ਦੇ ਲਾਗੇ ਕਾਫੀ ਐਕਟਿਵਲੀ ਕੰਮ ਕਰਦਾ ਰਿਹਾ, ਉੱਥੋਂ ਦੇ ਲੋਕ ਅੱਜ ਸੇਫ ਫੀਲ ਕਰਦੇ ਪਏ ਨੇ। ਜਿਹੜਾ ਵੀ ਐਂਟੀ ਸੋਸ਼ਲ ਐਲੀਮੈਂਟ ਹੈ, ਉਹਨੂੰ ਇਹ ਡਰ ਹੈ ਕਿ ਪੁਲਿਸ ਬਹੁਤ ਹੀ ਸਟਰੋਂਗ ਐਕਸ਼ਨ ਲਏਗੀ।
ਰਾਈਟ, ਇਮੀਡੀਏਟ ਐਕਸ਼ਨ ਲਏਗੀ, ਉਹਨਾਂ ਨੂੰ ਨਿਊਟਰਲਾਈਜ਼ ਵੀ ਕੀਤਾ ਜਾ ਸਕਦਾ ਹੈ। ਤੇ ਜੇ ਇਹੋ ਜਿਹਾ ਡਰ ਪੰਜਾਬ ਪੁਲਿਸ ਇਜ਼ ਅ ਵੈਰੀ ਪ੍ਰੋਫੈਸ਼ਨਲ ਫੋਰਸ, ਪਰ ਉਹਨਾਂ ਨੂੰ ਇੰਡੀਪੈਂਡੈਂਟਲੀ ਜੇ ਛੱਡ ਦਿੱਤਾ ਜਾਵੇ। ਜੇ ਤੁਸੀਂ ਪੁਲਿਸ ਫੋਰਸ ਨੂੰ ਸਿਰਫ ਸਰਕਾਰੀ ਕੰਮਾਂ ਲਈ ਯੂਜ਼ ਕਰੋਗੇ ਜਾਂ ਸਰਕਾਰੀ ਵੈਂਡੇਟਾ ਲਈ ਯੂਜ਼ ਕਰਨਗੇ, ਫਿਰ ਉਹਨਾਂ ਦੀ ਪ੍ਰੋਫੈਸ਼ਨਲਿਜ਼ਮ ਖਤਮ ਹੋ ਜਾਏਗੀ ਜੀ। ਫਿਰ ਉਹਨਾਂ ਨੂੰ ਵੀ ਇੱਕ ਫ੍ਰੀ ਹੈਂਡ ਮਿਲ ਜਾਂਦਾ ਕਿ ਉਹ ਵੀ ਜੋ ਮਰਜ਼ੀ ਕਰਨ। ਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਜਿੱਥੋਂ ਵੀ, ਉਹ ਕਹਿੰਦੇ ਨਾ ਅਸੀਂ ਦਿੱਲੀ ਸਰਕਾਰ ਤੋਂ ਸਿੱਖਣਾ ਹੈ, ਤੇ ਕੁਝ ਚੀਜ਼ਾਂ ਉਹ ਯੂਪੀ ਸਰਕਾਰ ਤੋਂ ਵੀ ਸਿੱਖ ਸਕਦੇ ਨੇ, ਜਿੱਥੋਂ ਵੀ ਸਿੱਖਣ ਨੂੰ ਮਿਲਦੀਆਂ ਸਿੱਖ ਸਕਦੇ ਨੇ। ਉਹਨਾਂ ਨੇ ਆਪਣੇ ਲਾਅ ਐਂਡ ਆਰਡਰ ਨੂੰ ਬਹੁਤ ਵਧੀਆ ਤਰੀਕੇ ਨਾਲ ਇੰਪਰੂਵ ਕੀਤਾ ਹੈ। ਸਖਤੀ ਦੇ ਨਾਲ, ਜ਼ੀਰੋ ਟੋਲਰੈਂਸ ਪੋਲਿਸੀ ਦੇ ਨਾਲ ਜੇ ਤੁਸੀਂ ਗੈਂਗਸਟਰਸ ਨੂੰ ਹੈਂਡਲ ਕਰੋਗੇ ਤੇ ਆਈ ਥਿੰਕ ਉਹ ਆਪਣੇ ਆਪ ਮੈਸੇਜ ਚਲਾ ਜਾਏਗਾ ਕਿ ਬਈ ਹਥਿਆਰ ਨਹੀਂ ਚੁੱਕਣੇ, ਇਟ ਵਿਲ ਬੀ ਡਿਫਿਕਲਟ। ਕੱਲ ਆਪਾਂ ਡਿਸਕਸ ਕਰਦੇ ਪਏ ਸੀ, ਸਿੰਪਲ ਜਿਹਾ, ਜਿਵੇਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਸਾਰਿਆਂ ਦੇ ਹਥਿਆਰ ਰੱਖ ਲੈਂਦੇ ਹੋ, ਭਾਵੇਂ ਲਾਇਸੈਂਸਡ ਹਥਿਆਰ ਹੋਣ। ਪੰਜਾਬ 'ਚ ਲਾਇਸੈਂਸਡ ਹਥਿਆਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ। ਕਾਫੀ ਇਹ ਲਾਇਸੈਂਸ ਹਥਿਆਰ ਗੈਂਗਸਟਰਸ ਕੋ ਨੇ, ਕਿਉਂਕਿ ਪੋਲੀਟੀਕਲ ਸਪੋਰਟ ਦੇ ਨਾਲ ਉਹਨਾਂ ਨੂੰ ਲਾਇਸੈਂਸ ਮਿਲ ਗਏ। ਜਿਹਦੇ ਕੋਲ ਜ਼ਿਆਦਾ ਹਥਿਆਰ ਨੇ ਉਹ ਗੈਂਗ ਜ਼ਿਆਦਾ ਸਟਰੋਂਗ ਹੋ ਜਾਂਦਾ ਹੈ। ਤੁਸੀਂ ਸਾਰੇ ਲਾਇਸੈਂਸ ਹਥਿਆਰ ਵੀ ਜ਼ਬਤ ਕਰਾ ਲਓ ਅਗਲੇ 2 ਸਾਲਾਂ ਲਈ ਜੀ। ਅੱਜ ਲਾਅ ਐਂਡ ਆਰਡਰ ਦੀ ਪੰਜਾਬ 'ਚ ਟ੍ਰਿਕੀ ਸਿਚੁਏਸ਼ਨ ਹੈਗੀ ਹੈ। ਬੜਾ ਸਿੰਪਲ ਸੋਲੂਸ਼ਨ ਹੈ ਕਿ ਜਦੋਂ ਵੀ ਕੋਈ ਅਨਰੈਸਟ ਹੋਏਗਾ, ਲੋਕੀ ਹਥਿਆਰ ਲੈ ਕੇ ਹੋਰ ਉਸ ਕੰਮ ਨੂੰ ਐਸਕੇਲੇਟ ਕਰ ਸਕਦੇ ਨੇ। ਆਫ ਕੋਰਸ ਇਲੀਗਲ ਹਥਿਆਰ ਵੀ ਯੂਜ਼ ਹੁੰਦੇ ਨੇ, ਪਰ ਐਟਲੀਸਟ ਸਾਰੇ ਹਥਿਆਰ ਤੁਸੀਂ ਅਨਾਉਂਸ ਕਰ ਦਿਓ ਕਿ ਕੋਈ ਲੀਗਲ ਹਥਿਆਰ ਪਬਲਿਕ ਕੋ ਰੱਖਣਾ ਅਲਾਉਡ ਨਹੀਂ ਹੈ, ਉਹ ਜ਼ਬਤ ਕੀਤੇ ਜਾਣ। ਉਸ ਤੋਂ ਬਾਅਦ ਜਿਹੜਾ ਵੀ ਹਥਿਆਰ ਹੈ ਉਹ ਇਲੀਗਲ ਹੈ, ਇਹਦਾ ਮਤਲਬ ਜਿਹਦੇ ਕੋਲ ਉਸ ਤੋਂ ਬਾਅਦ ਹਥਿਆਰ ਨਜ਼ਰ ਆਉਂਦਾ, ਯੂ ਕੈਨ ਅਰੈਸਟ ਦੈਟ ਪਰਸਨ ਇਮੀਡੀਏਟਲੀ, ਆਟੋਮੈਟਿਕਲੀ। ਇਹ ਇੱਕ ਸੋਲੂਸ਼ਨ ਹੋ ਸਕਦਾ ਹੈ ਗੈਂਗਸਟਰ ਪ੍ਰੋਬਲਮ ਨੂੰ ਫਾਸਟਰ ਤਰੀਕੇ ਨਾਲ ਟੈਕਲ ਕਰਨ ਨਾਲ। ਤੇ ਦੂਜਾ, ਪੁਲਿਸ ਦੀ ਸਖਤੀ ਤੇ ਇੰਡੀਪੈਂਡੈਂਸ ਤੇ ਕੰਪੀਟੈਂਟ ਪੀਪਲ ਐਟ ਦੀ ਟੌਪ, ਰਾਈਟ ਪਰਸਨ ਫॉर ਦੀ ਰਾਈਟ ਜੌਬ। ਜੇ ਸਾਡੇ ਕੋਲ, ਜੇ ਅੱਜ ਆਮ ਆਦਮੀ ਪਾਰਟੀ 92 ਐਮਐਲਏਆਂ ਦੇ ਨਾਲ ਉਹ ਆਈ ਆ ਪਾਵਰ ਦੇ ਵਿੱਚ, ਉਹਨਾਂ ਕੋਲ ਕਾਫੀ ਪੜ੍ਹੇ ਲਿਖੇ ਤੇ ਟੈਲੈਂਟਡ ਲੋਕੀ ਵੀ ਨੇ, ਐਕਸ ਪੁਲਿਸ ਆਫੀਸਰਸ ਵੀ ਨੇ। ਜੇ ਉਹਨਾਂ ਨੂੰ ਸਮਝਣ, ਉਹਨਾਂ ਦੀ ਵੈਲਿਊ ਨੂੰ ਯੂਜ਼ ਕਰਨ, ਉਹਨਾਂ ਦੇ ਐਕਸਪੀਰੀਅੰਸ ਨੂੰ ਯੂਜ਼ ਕਰਨ, ਇਹ ਸਾਰੀ ਪ੍ਰੋਬਲਮ ਬੈਟਰ ਤਰੀਕੇ ਨਾਲ ਟੈਕਲ ਹੋ ਸਕਦੀ ਹੈ। ਸਰ, ਪੰਜਾਬ ਔਨ ਅਲਰਟ, ਬਲੂ ਸਟਾਰ ਆਪਰੇਸ਼ਨ ਐਨੀਵਰਸਰੀ ਦੇ ਇਲਾਵਾ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਸਿੱਖ ਗਰੁੱਪ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਨੇ, ਪੁਲਿਸ ਫੋਰਸ ਤੋਂ ਇਲਾਵਾ, ਪੰਜਾਬ ਪੁਲਿਸ ਫੋਰਸ ਤੋਂ ਇਲਾਵਾ ਸਪੈਸ਼ਲ ਪੈਰਾਮਿਲਟਰੀ ਪਰਸੋਨਲ ਵੀ ਡਿਪਲੋਏ ਕੀਤੇ ਗਏ ਨੇ ਸਿਟੀ ਦੇ ਵਿੱਚ। ਸੋ ਕਿੰਨਾ ਕੁ ਨਾਜ਼ੁਕ ਸਮਾਂ ਪੰਜਾਬ ਦੇ ਲਈ? ਬਹੁਤ ਨਾਜ਼ੁਕ। ਦੇਖੋ, ਜੋ 1984 'ਚ ਹੋਇਆ ਉਹ ਇੱਕ ਸਾਡੀ ਇੰਡੀਆ ਦੀ ਇੰਡੀਪੈਂਡੈਂਟ ਹਿਸਟਰੀ ਦਾ ਇੱਕ ਬਹੁਤ ਹੀ ਅਨਫੇਅਰ ਤੇ ਸ਼ਰਮਨਾਕ ਪਲ ਸੀ। ਵਟਐਵਰ ਹੈਜ਼ ਹੈਪਨਡ, ਬਿਕੋਜ਼ ਕਿਉਂਕਿ ਕੁਝ ਪੋਲੀਟੀਸ਼ੀਅਨਸ ਨੇ ਓਵਰ ਐਂਬੀਸ਼ੀਅਸ ਹੋ ਕੇ ਚੀਜ਼ਾਂ ਨੂੰ ਮੈਨੀਪੂਲੇਟ ਕਰਕੇ, ਉਹ ਵਟ ਹੈਪਨਡ ਵਿਦ ਵਨ ਕਮਿਊਨਿਟੀ ਵਾਜ਼ ਨਾਟ ਫੇਅਰ। ਜਿਹੜਾ ਤੁਹਾਡਾ ਸਭ ਤੋਂ ਇੰਪੋਰਟੈਂਟ ਰਿਲੀਜੀਅਸ ਮੋਨੂਮੈਂਟ ਹੈ, ਜੇ ਉਹਦੇ ਉੱਤੇ ਅਟੈਕ ਹੋਏਗਾ, ਇਸ ਕਈ ਸਾਲਾਂ ਤੱਕ ਤੁਹਾਡੀਆਂ ਸੈਂਟੀਮੈਂਟਸ ਨੂੰ ਹਰਟ ਕਰਦਾ ਰਹੇਗਾ। ਪਰ ਹੁਣ ਇਸ ਤੇ ਮਰਮ ਲਾਉਣ ਦੀ ਲੋੜ ਹੈ ਤੇ ਇਸ ਨੂੰ ਯਾਦ ਰੱਖ ਕੇ ਤੇ ਭੁੱਲਣ ਦੀ ਵੀ ਲੋੜ ਹੈ ਜੀ। ਕਮਿਊਨਿਟੀਜ਼ ਨੂੰ ਆਪਸ 'ਚ ਮਿਲ ਕੇ ਜੁੜ ਕੇ ਤੁਰਨ ਦੀ ਵੀ ਲੋੜ ਹੈ। ਬਟ ਅਨਫੋਰਚੂਨੇਟਲੀ ਕੁਝ ਐਂਟੀ ਨੈਸ਼ਨਲ ਐਲੀਮੈਂਟਸ ਨੇ ਜਿਨ੍ਹਾਂ ਨੇ ਪਹਿਲਾਂ ਵੀ ਅੱਗ ਦੇ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਸੀ ਤੇ ਉਹ ਹਜੇ ਫੇਰ ਕਰਦੇ ਪਏ ਨੇ। ਪਹਿਲੀ ਗੱਲ, ਸਿੱਧੂ ਮੂਸੇਵਾਲਾ ਦੀ ਜਿਹੜੀ ਡੈਥ ਹੈ ਉਹਨੂੰ ਰਿਲੀਜੀਅਸ ਐਂਗਲ ਨਾਲ ਵੇਖਿਆ ਜਾਵੇ। ਇਟ ਵਾਜ਼ ਅ ਲਾਅ ਐਂਡ ਆਰਡਰ ਪ੍ਰੋਬਲਮ। ਜਦ ਪੁਲਿਸ ਆਪ ਕਹਿੰਦੀ ਹੈ ਜੀ ਗੈਂਗਸਟਰ ਨੇ ਕੀਤਾ, ਰਾਈਟ, ਉਹਦਾ ਐਡਵਾਂਟੇਜ ਜਿਹੜੇ ਲੋਕੀ ਅੱਗ 'ਚ ਘਿਓ ਪਾਉਣਾ ਚਾਹੁੰਦੇ ਉਹਨਾਂ ਨੂੰ ਨਾ ਦਿੱਤਾ ਜਾਵੇ। ਇਹਦਾ ਰਿਲੀਜਨ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਉਹ ਇੱਕ ਟੈਲੈਂਟਡ ਯੂਥ ਸੀ ਇੰਡੀਆ ਦਾ, ਪੰਜਾਬੀ ਯੂਥ ਸੀ। ਹੀ ਵਾਜ਼ ਕੰਟਰੋਵਰਸ਼ੀਅਲ। ਹੀ, ਦੇਖੋ, ਐਟ ਦੀ ਐਂਡ ਆਫ ਦ ਡੇ, because of the culture and because of his age, he did some good things and he might have done something which are not, ਜਿਹੜੀਆਂ ਜ਼ਿਆਦਾ ਸਮਾਰਟ ਨਹੀਂ ਸੀ। ਉਹਦੇ ਕਾਰਨ ਉਹ ਕੰਟਰੋਵਰਸੀ 'ਚ ਆ ਗਿਆ। ਇੱਕ ਹੈ ਕਲਚਰ ਐਕਸਟੋਰਸ਼ਨ ਦੀ, ਆਪਾਂ ਜਿਵੇਂ ਗੱਲ ਕਰਦੇ ਪਏ ਸੀ ਕਿ ਜਿਹੜਾ ਵੀ ਸਕਸੈਸਫੁਲ ਸਿੰਗਰ ਹੈ ਅੱਜ ਕਾਮਨ ਹੈ ਕਿ ਇੱਕ ਐਕਸਟੋਰਸ਼ਨ ਰੈਕਟ ਬਣਿਆ ਹੋਇਆ ਗੈਂਗਸਟਰਸ ਦਾ, ਜਿਨ੍ਹਾਂ ਨੂੰ ਪਹਿਲਾਂ ਸਪੋਰਟ ਰਹੀ ਹੈ ਪੂਰੇ ਪ੍ਰਸ਼ਾਸਨ ਦੀ, ਤੇ ਉਹਦੇ ਕਾਰਨ ਹੋਇਆ। ਹੁਣ ਗੱਲ ਆਉਂਦੀ ਹੈ ਅਗੇਨ 3 ਕਰੋੜ ਪੰਜਾਬੀਆਂ ਦੀ, ਕਿ ਅਸੀਂ ਇਹਨੂੰ ਇਹ ਜੋੜ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਾਂ ਅਸੀਂ ਫੈਕਚੁਅਲੀ ਵੇਖ ਸਕਦੇ ਹਾਂ ਕਿ ਇਹਦਾ ਰਿਲੀਜਨ ਨਾਲ ਨਹੀਂ, ਲਾਅ ਐਂਡ ਆਰਡਰ ਨਾਲ ਲਿਆ ਦੇਣਾ ਹੈ। ਸਾਨੂੰ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ। ਇਟ ਇਜ਼ ਨਾਟ ਦੈਟ ਵਨ ਸਿੱਖ ਯੂਥ ਹੈਜ਼ ਡਾਈਡ, ਵਨ ਯੰਗ ਇੰਡੀਅਨ ਹੈਜ਼ ਡਾਈਡ। ਸਾਡਾ ਸਿਰਫ ਇਹੋ ਹੀ ਕੁਐਸਚਨ ਹੋਣਾ ਚਾਹੀਦਾ ਹੈ ਤੇ ਸਾਨੂੰ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੀਦਾ ਕਿ ਇਹ ਲਾਅ ਐਂਡ ਆਰਡਰ ਕਿਉਂ ਹੈ। ਕੋਈ ਵੀ ਬੱਚਾ ਕਿਉਂ ਮਰੇ, ਕੋਈ ਵੀ ਇੱਕ ਟੈਲੈਂਟਡ ਆਰਟਿਸਟ ਤੇ ਚਲੋ ਛੱਡੋ, ਕੋਈ ਵੀ ਬੱਚਾ ਕਿਉਂ ਮਰੇ ਸਾਡੇ ਦੇਸ਼ ਦਾ। ਜੇ ਕੋਈ ਕੰਟਰੋਵਰਸ਼ੀਅਲ ਗੱਲ ਕਰਦਾ ਪਿਆ ਹੈ, you can't pick up guns against that person, ਹੈ ਨਾ। ਜੇ ਮੈਂ ਮੰਨ ਲਓ ਕਿ ਉਹਨੇ ਕੰਟਰੋਵਰਸ਼ੀਅਲ ਗੱਲ ਵੀ ਕੀਤੀ, ਉਹਦਾ ਪੂਰਾ ਹੱਕ ਹੈ ਕੰਟਰੋਵਰਸ਼ੀਅਲ। ਜੇ ਤੁਸੀਂ ਸੱਚਾਈ ਨੂੰ ਲੱਭਣਾ ਹੈ ਤੇ ਤੁਹਾਨੂੰ ਦੂਜੇ ਨੂੰ ਅਨਕੰਫਰਟੇਬਲ ਕਰਨ ਲਈ ਰੈਡੀ ਹੋਣਾ ਪਏਗਾ ਜੀ। ਤੀਜੀ ਗੱਲ, ਜੇ ਐਕਸਟੋਰਸ਼ਨ ਹੁੰਦੀ ਆ, ਉਹ ਕਿਉਂ ਹੋ ਰਹੀ ਹੈ? ਕਿਉਂ ਅੱਜ ਗੈਂਗਸਟਰ ਜੇਲ੍ਹ ਤੋਂ ਬਹਿ ਕੇ ਕਲੇਮ ਕਰ ਸਕਦੇ ਨੇ ਜਾਂ ਬਾਹਰੋਂ ਜਾ ਕੇ ਸਾਡੇ ਦੇਸ਼ ਨੂੰ ਇਸ ਤਰ੍ਹਾਂ ਮੈਨੀਪੂਲੇਟ ਕਰ ਸਕਦੇ ਨੇ, ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਸਕਦੇ ਨੇ? ਇਹ ਵੀ ਨਹੀਂ ਹੋਣਾ ਚਾਹੀਦਾ। ਹੁਣ
ਡਿਸਪਾਈਟ ਹੈਵਿੰਗ ਕਿ ਇੱਕ ਇਸ ਤਰ੍ਹਾਂ ਸਾਡੇ ਪੰਜਾਬੀਆਂ ਨੂੰ ਇਸ ਇਸ਼ੂ ਨੂੰ ਵੇਖਣਾ ਚਾਹੀਦਾ ਹੈ, ਫਿਰ ਵੀ ਇੱਕ ਕਰੰਟ ਸਿਚੁਏਸ਼ਨ ਤੇ ਹੈਗੀ ਆ। ਸੈਂਟਰਲ ਫੋਰਸਿਸ ਤੇ ਐਸ ਵੈਲ ਐਸ ਪੰਜਾਬ ਪੁਲਿਸ ਨੂੰ ਪੂਰੀ ਇhtiyat ਵਰਤਣੇ ਚਾਹੀਦੇ ਆ। ਇਸ ਵੇਲੇ ਸਿਚੁਏਸ਼ਨ ਬੜੀ ਰਿਸਕੀ ਹੈ। ਆਮ ਆਦਮੀ ਪਾਰਟੀ ਤੇ ਵੀ ਪ੍ਰੈਸ਼ਰ ਹੈ ਕਿ ਬਈ ਉਹਨਾਂ ਦੀ ਜਿਹੜੀ ਇੱਕ ਪੋਜ਼ਿਟਿਵ ਇਮੇਜ, ਜਿਹੜੀ ਚੇਂਜ ਵਾਲੀ ਗਵਰਨਮੈਂਟ ਆਉਣ ਲਈ ਉਹਨਾਂ ਨੇ ਪੂਰਾ ਇਲੈਕਸ਼ਨ ਲੜੇ ਤੇ ਜੋ ਪ੍ਰੈਜ਼ੈਂਟ ਕਰਨਾ ਚਾਹੁੰਦੇ ਸੀ ਉਹ ਹੋ ਨਹੀਂ ਪਾ ਰਿਹਾ। ਉਹ 'ਚ ਮੇਜਰ ਰੀਜ਼ਨ ਹਮੇਸ਼ਾ ਆ ਰਿਹਾ ਲਾਅ ਐਂਡ ਆਰਡਰ। ਇਹ ਬਹੁਤ ਹੀ ਪ੍ਰੀਕਾਸ਼ਨ ਨਾਲ ਜਿੰਨੀ ਵੀ ਹੈਲਪ ਸੈਂਟਰਲ ਏਜੰਸੀਜ਼ ਵੀ ਪੰਜਾਬ ਨੂੰ ਦੇ ਸਕਦੀਆਂ ਇਸ ਵੇਲੇ ਦੇਣ, ਤਾਂ ਕਿ ਲੋਕੀ ਪ੍ਰੋਟੈਸਟ ਕਰਨ। ਹਰ ਕਿਸੇ ਦੀ ਆਪਣੀ ਫੀਲਿੰਗ ਹੈ, ਉਹ ਪ੍ਰੋਟੈਸਟ ਕਰਨ, ਬਟ ਲਾਅ ਐਂਡ ਆਰਡਰ ਹੱਥੋਂ ਨਾ ਜਾਵੇ ਜੀ। ਇਹ ਕਮਿਊਨਲ ਟੈਂਸ਼ਨ ਨਾ ਬਣ ਜਾਏ, ਰਾਈਟ। ਤੇ ਜਿਹੜਾ ਸਾਡਾ ਪਾਸਟ ਹੈ ਉਹਦੇ ਵਿੱਚੋਂ ਅਸੀਂ ਸਿੱਖ ਕੇ ਅਸੀਂ ਇੱਕ ਬੈਟਰ ਫਿਊਚਰ ਬਣਾਈਏ, ਰਦਰ ਦੈਨ ਉਹਨੂੰ ਯਾਦ ਕਰਕੇ ਆਪਣਾ ਪ੍ਰੈਜ਼ੈਂਟ ਖਰਾਬ ਨਾ ਕਰੀਏ। ਇਹ ਮੈਸੇਜ ਸਾਨੂੰ ਸਾਰੇ ਪੰਜਾਬੀਆਂ ਨੂੰ, ਸਾਰੇ ਹਿੰਦੁਸਤਾਨੀਆਂ ਨੂੰ ਜਾਣਾ ਚਾਹੀਦਾ। ਬਿਲਕੁਲ ਸਰ। ਅਗਲੇ ਸੈਗਮੈਂਟ ਵੱਲ ਚੱਲਦੇ ਹਾਂ ਸਰ, ਨੈਸ਼ਨਲ ਇੰਟਰਨੈਸ਼ਨਲ ਅਪਡੇਟਸ। ਈਡੀ ਸਮਨਡ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਐਂਡ ਰਾਹੁਲ ਗਾਂਧੀ also for questioning in money laundering case linked to the National Herald newspaper. What this case is all about and how Congress got involved? How Congress got involved? Let me tell you a story. Ji. Years and years back, there was a leader by the name of Pandit Jawaharlal Nehru, who was our first honorable first prime minister also. ਉਹਨਾਂ ਨੇ 1938 ਦੇ ਵਿੱਚ ਇੱਕ ਅਖਬਾਰ ਸ਼ੁਰੂ ਕੀਤੀ ਸੀ ਹੋਰ ਫਰੀडम ਫਾਈਟਰਸ ਦੇ ਨਾਲ, ਤੇ ਆਜ਼ਾਦੀ ਤੋਂ ਬਾਅਦ ਉਸ ਅਖਬਾਰ ਨੂੰ ਐਸ ਪਰ ਜਿਹੜੀਆਂ ਗਵਰਨਮੈਂਟਸ ਕੋ ਫਰੀडम ਹੁੰਦੀਆਂ ਕਿ ਕਿਸੇ ਨੂੰ ਵੀ ਲੈਂਡ ਐਲੋਕੇਟ ਕਰ ਸਕਦੇ ਨੇ, ਕਾਫੀ ਅਸੈਟਸ ਐਲੋਕੇਟ ਕੀਤੇ ਗਏ ਜੋ ਬਹੁਤ ਹੀ ਪ੍ਰੀਮੀਅਮ ਅਸੈਟਸ ਬਣ ਗਏ ਓਵਰ ਅ ਪੀਰੀਅਡ ਆਫ ਟਾਈਮ। ਪ੍ਰਾਈਮ ਲੋਕੇਸ਼ਨ ਤੇ ਸਨ, ਉਹ ਬਹੁਤ ਪ੍ਰੀਮੀਅਮ ਅਸੈਟਸ ਬਣ ਗਏ। ਹੁਣ ਪ੍ਰੈਕਟੀਕਲੀ ਅਖਬਾਰ ਤੇ ਚੱਲਦਾ ਨਹੀਂ ਪਿਆ ਸੀ, ਤੇ ਐਲੀਗੇਸ਼ਨਸ ਹੈ ਨੇ ਐਸ ਪਰ ਦੀ ਬੀਜੇਪੀ ਲੀਡਰ ਡਾਕਟਰ ਸੁਬਰਮਨੀਅਮ ਸਵਾਮੀ, ਉਹਨਾਂ ਦੇ ਐਲੀਗੇਸ਼ਨਸ ਹੈ ਨੇ ਜੋ ਪਹਿਲਾਂ ਕਾਂਗਰਸ 'ਚ ਵੀ ਰਹੇ ਨੇ, ਤੇ ਕਿ ਹੁਣ ਸੋਨੀਆ ਗਾਂਧੀ ਨੇ ਸਨ 2009 ਦੇ ਵਿੱਚ ਜਦੋਂ ਪਾਵਰ 'ਚ ਸਨ, ਕਾਂਗਰਸ ਦਾ 90 ਕਰੋੜ ਲੋਨ ਦਿੱਤਾ ਉਸ ਨੈਸ਼ਨਲ ਹੈਰਾਲਡ ਨੂੰ। ਉਸ ਤੋਂ ਬਾਅਦ ਉਹਨੇ ਵੀ ਨੈਸ਼ਨਲ ਹੈਰਾਲਡ ਨੂੰ ਚਲਾ ਨਹੀਂ ਪਾਇਆ, ਉਹ ਪੈਸਾ ਸਾਰਾ ਖਤਮ ਹੋ ਗਿਆ। ਸੋ ਬੇਸਿਕਲੀ ਕਾਂਗਰਸ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਗਾਂਧੀ ਫੈਮਿਲੀ ਨੈਸ਼ਨਲ ਹੈਰਾਲਡ ਨੂੰ ਪ੍ਰੈਕਟੀਕਲੀ ਕੰਟਰੋਲ ਕਰਦੀ ਹੈ। ਠੀਕ ਹੈ। ਉਸ ਤੋਂ ਬਾਅਦ ਉਹ 90 ਕਰੋੜ ਜਦੋਂ ਖਤਮ ਹੋ ਗਿਆ, ਉਹਨਾਂ ਨੇ ਕਿਹਾ ਜੀ ਹੁਣ ਇਹਦੀ ਰਿਕਵਰੀ ਕਰਨੀ ਹੈ। ਕਾਂਗਰਸ ਨੇ ਆਪਣੀ 90 ਕਰੋੜ ਦੀ ਰਿਕਵਰੀ ਕਰਨੀ ਹੈ। ਹੁਣ 90 ਕਰੋੜ ਤੇ ਪੂਰਾ ਆਏਗਾ ਨਹੀਂ, ਸਾਨੂੰ ਕੁਝ ਵੀ ਮਿਲ ਜੇ। ਉਹਨਾਂ ਨੇ ਇਹ ਕਿਹਾ ਕਿ ਬਈ ਨਾ, ਤੇ ਇੱਕ ਕੰਪਨੀ ਬਣਾਈ ਗਈ ਯੰਗ ਇੰਡੀਅਨਸ ਕਰਕੇ, ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਈ ਗਈ, ਲਿਮਿਟਿਡ ਕੰਪਨੀ, NGO ਨਹੀਂ, ਇੱਕ ਕੰਪਨੀ ਬਣਾਈ ਗਈ। ਉਹਨਾਂ ਨਾਲ ਬਹੁਤ ਹੀ ਹਾਰਡ ਨੈਗੋਸੀਏਸ਼ਨ ਹੋਈ। ਹੁਣ ਉਸ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਸੋਨੀਆ ਗਾਂਧੀ ਤੇ ਆਪਣੇ ਰਾਹੁਲ ਗਾਂਧੀ, ਤੇ ਇੱਧਰੋਂ ਕਾਂਗਰਸ ਦੇ ਵੱਲੋਂ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਤੇ ਦੋਨੋਂ ਪਾਸੇ ਉਹਨਾਂ ਨੇ ਆਪਸ 'ਚ ਇੱਕ ਦੂਜੇ ਨਾਲ ਹੀ ਨੈਗੋਸ਼ੀਏਟ ਕੀਤੀ, ਜਿਵੇਂ ਇੱਕੋ ਬੰਦਾ ਦੋਨੋਂ ਪਾਸੇ ਚੈਸ ਖੇਡਦਾ ਹੈ। ਉਹਨਾਂ ਨੇ ਬਹੁਤ ਹਾਰਡ ਨੈਗੋਸ਼ੀਏਸ਼ਨ ਕੀਤੀ, ਤੇ ਸੋਨੀਆ ਗਾਂਧੀ ਨੂੰ ਮਨਾ ਲਿਆ ਕਿ ਅਸੀਂ 50 ਲੱਖ 'ਚ 90 ਕਰੋੜ ਰੁਪਏ ਰਿਕਵਰ ਕਰਨ ਦੀ ਮੰਨਦੇ ਪਏ, ਸਾਨੂੰ 50 ਲੱਖ ਦੇ ਦਿਓ, 90 ਕਰੋੜ ਤੁਸੀਂ ਰਿਕਵਰ ਕਰਦੇ ਰਹੀਓ। ਉਸ ਤੋਂ ਬਾਅਦ ਨੈਸ਼ਨਲ ਹੈਰਾਲਡ ਉਸ ਪ੍ਰਾਈਵੇਟ ਕੰਪਨੀ ਕੋ ਚਲੀ ਗਈ। ਫਿਰ ਉਸ ਪ੍ਰਾਈਵੇਟ ਕੰਪਨੀ ਨੇ ਕਿਹਾ ਜੀ ਵੀ ਪੈਸੇ ਤਾਂ ਇਹਨਾਂ ਕੋ ਹੈ ਨਹੀਂ, ਆਪਾਂ ਫਿਰ ਅਸੈਟਸ ਲਿਕੁਇਡੇਟ ਕਰਾਂਗੇ। ਉਹ ਅਸੈਟਸ ਦੀ ਕੀਮਤ ਸੀ ਜ਼ਿਆਦਾ ਨਹੀਂ ਸੀ, 50 ਲੱਖ ਅਗਲੇ ਨੇ ਲਾਇਆ ਤੇ ਉਹਨੂੰ ਰਿਟਰਨ ਮਿਲਣਾ ਚਾਹੀਦਾ ਹੈ। ਤੇ ਕਿਉਂਕਿ ਸੋਨੀਆ ਗਾਂਧੀ ਨੇ ਦੂਜੇ ਸੋਨੀਆ ਗਾਂਧੀ ਨੇ ਨੈਗੋਸ਼ੀਏਟ ਕੀਤਾ ਸੀ, ਇੱਥੇ ਵੀ ਉਹ ਬੜੇ ਵਧੀਆ ਬਿਜ਼ਨਸਮੈਨ ਸਾਬਿਤ ਹੋਏ, ਤੇ ਉਹਨਾਂ ਨੇ ਉਹ 50 ਲੱਖ ਦੇ ਵਿੱਚ ਜਿਹੜੇ ਉਹਨਾਂ ਦੇ ਰਾਈਟਸ ਖਰੀਦੇ ਸੀ, ਉਹ ਅਸੈਟਸ ਰਫਲੀ 2-3 ਹਜ਼ਾਰ ਕਰੋੜ ਦੇ ਨਿਕਲੇ, ਤੇ ਉਹਨਾਂ ਨੇ 2-3 ਹਜ਼ਾਰ ਕਰੋੜ 'ਚੋਂ ਲਿਕੁਇਡੇਟ ਕੀਤੇ। ਹੁਣ ਉਹਨਾਂ ਦੀ ਪੇਪਰ ਵੈਲਿਊ ਘੱਟ ਹੈ ਪਰ ਮਾਰਕੀਟ ਵੈਲਿਊ ਬਹੁਤ ਜ਼ਿਆਦਾ ਹੈ, ਪਰ ਉਹ ਜਿਹੜੀ ਲਿਕੁਇਡੇਸ਼ਨ ਹੋਈ ਦਿਖਾਈ ਜਾ ਰਹੀ, ਉਹ ਪੇਪਰ ਵੈਲਿਊ ਤੇ ਦਿਖਾਈ ਜਾ ਰਹੀ ਹੈ। ਓਕੇ। ਤੇ ਸ਼ੱਕ ਹੋ ਰਿਹਾ, ਕੁਝ ਪਤਾ ਨਹੀਂ ਹੈ ਕਿ ਬਈ ਸ਼ਾਇਦ ਇਹ ਵੀ ਹੋਵੇ ਕਿ ਬਈ ਜਿਹੜੀ ਬੋਰਡ ਹੈਗਾ ਜਿਹੜਾ ਯੰਗ ਇੰਡੀਅਨ ਦਾ, ਉਹ ਥੋੜੇ ਜ਼ਿਆਦਾ ਹੀ ਯੰਗ ਹੁੰਦੇ, ਉਹਨਾਂ ਨੂੰ ਨਾ ਪਤਾ ਹੋਵੇ ਕਿ ਬਈ ਇਹਦੀ ਮਾਰਕੀਟ ਵੈਲਿਊ 2000 ਕਰੋੜ ਹੈ, ਸ਼ਾਇਦ ਉਹਨਾਂ ਨੂੰ 1-2 ਕਰੋੜ ਹੀ ਲੱਗਦੀ ਹੋਵੇ, ਤੇ ਉਹਨਾਂ ਨੇ ਆਪਣੇ ਭੋਲੇਪਨ 'ਚ 1-1.5 ਕਰੋੜ 'ਚ ਦੇਤੀ ਹੋਵੇ, ਤੇ ਗਵਰਨਮੈਂਟ ਐਵੇਂ ਇਨਫੋਰਸਮੈਂਟ ਡਾਇਰੈਕਟਰ ਉਹਨਾਂ ਤੇ ਸ਼ੱਕ ਕਰੀ ਜਾ ਰਿਹਾ ਕਿ ਬਈ ਇਹ ਮਹਿੰਗੀ ਸੀ, ਸ਼ਾਇਦ ਇਹਨਾਂ ਨੇ 200 ਕਰੋੜ ਰੁਪਏ ਕੈਸ਼ 'ਚ ਲੈ ਲਏ ਨੇ, ਤੇ ਉਸ ਚੱਕਰ 'ਚ ਉਹਨਾਂ ਦੀ ਪੇਸ਼ੀ ਆ। So this is it. Yes. Nice story, sir. So अरविंद केजरीवाल जी का कहना है कि विशेष सूत्रों से उन्हें पता लगा है कि मनीष सिसोदिया जी को भी गिरफ्तार किया जाएगा फेक केस में, जस्ट लाइक हिज मिनिस्टर सत्येंद्र जैन। देखो, ये तो टाइम बताएगा कि केस होता है वो कितना फेक निकलता है, कितना रियल निकलता है, पर इस वक्त आम आदमी पार्टी का ये इल्ज़ाम है गवर्नमेंट के ऊपर कि वो एजेंसीज़ के थ्रू उनके जो हेल्थ मिनिस्टर थे उन्होंने फेक केसेस में अंदर करवाया, और काफ़ी साल से इंक्वायरी कर रहे थे। और बीजेपी काफ़ी घबराई हुई है आम आदमी पार्टी से, क्योंकि जो पिछली बार भी इलेक्शन हुए उसमें आम आदमी पार्टी ने पंजाब में बिल्कुल झाड़ू फेर दिया है ना, वो अलग बात है, बाकी स्टेट्स में झाड़ू फिर गया,
बट स्टिल आज की डेट में पॉलिटिकल वेंडेटा के ऊपर नज़र रखनी चाहिए, हमें भी एज जर्नलिस्ट हमें नज़र रखनी चाहिए जी। और अगर ये बात सच साबित होती है, अ क्वेश्चन मस्ट बी आस्क्ड टू द सेंट्रल गवर्नमेंट कि आप जो गवर्नमेंट बॉडीज़ है, चाहे इन्फोर्समेंट डायरेक्टर है, सीबीआई है, आप उसका मिसयूज़ क्यों हो, राइट? ये क्वेश्चन हमेशा से रहा है, आज पहली बार का क्वेश्चन नहीं है, पहली गवर्नमेंट भी पावर में अपनी एजेंसीज को मिसयूज़ करती रही हैं। फॉर्चुनेटली जो हमारे पॉलिटिशियंस हैं, चाहे ओपोजिशन पार्टी, दे हैव गुड रिसोर्सेस, वो अपने आप को साबित कर पाएंगे, उनके पास एक्सेस है लॉयर्स का, रिसोर्सेज हैं, तो वो अपने सच को, एंड में सच बाहर आएगा ही। जब जज के पास जाएगा, जो हमारी जुडिशरी के पास काम जाएगा, तो अगर प्रूफ्स नहीं होंगे तो डेफिनेटली जो सच है वो बाहर आ जाएगा। और आम आदमी पार्टी अगर का क्लेम अगर सच हुआ तो वो डेफिनेटली साबित होगा। और अगर करप्ट हुए, क्योंकि खुद हर पार्टी को करप्शन के लिए ज़ीरो टॉलरेंस रखनी चाहिए जी। अगर करप्ट हैं, जैसे उन्होंने पंजाब में हमारे ऑनरेबल चीफ मिनिस्टर ने एग्जाम्पल सेट किया जी, खुद ही अपने हेल्थ मिनिस्टर को बुलाया और उसने जैसे एक्सेप्ट किया उन्होंने जेल में भेजा उसी वक्त। ये एक रिमार्केबल एग्जाम्पल उन्होंने सेट किया है। अगर आई एम श्योर कि अगर इन्फोर्समेंट डायरेक्टरेट, हालांकि उनकी कोई रिपोर्टिंग नहीं बनती है, पर जो भी उन्होंने क्लेम किए हैं उसकी वेरिफिकेशन आम आदमी पार्टी के प्रेसिडेंट भी करवा सकते हैं कि क्या ये सच है या झूठ है, और उसके बेसिस पे कॉल लें। और होपफुली ये अच्छी बात है कि आज हमारे सारे पॉलिटिशियन थोड़ा स्ट्रांगली बोल रहे हैं कि भाई जो भी करप्शन है उस पर ज़ीरो टॉलरेंस है जी। तो मैं आई विल सिंसियरली होप कि फ्यूचर में कोई फेक केस किसी भी पॉलिटिशियन पे ना हो। जिस पे भी केस हो, हमारी तो हमेशा पंजाब टुडे से राय रही है कि आप उसको 6 महीने के अंदर सॉर्ट आउट कर दें। हमारे न्यूज़ चैनल से हमेशा ये राय रही है कि जो भी पॉलिटिशियन पे केस हो वो 6 महीने के अंदर सॉर्ट आउट हो जाए, उसके कंक्लूजन पे पहुंचे। कि अगर इससे क्या होगा कि पॉलिटिशियंस बड़े कंफर्टेबल हैं, अनलेस उनको जेल में ना भेजा जाए, वो बाहर से केस लड़ने के लिए बिल्कुल कंफर्ट, उनके पास टीम्स हैं जी, 4 लॉयर्स रखे हुए हैं, वो अपने आप केस चलते रहेंगे। और खुद तो वो जाते नहीं है तारीख भुगतने के लिए, कोई और चला जाता है उनके बिहाफ पे, या उनका लॉयर चला जाता है और तारीख पे तारीख मिलती रहती है जी। सो आई थिंक इस मामले में जो पॉलिटिकल करप्शन है उस पर बहुत स्ट्रॉन्ग एक्शन की जरूरत है। इस फास्ट ट्रैक डिसीजन मेकिंग। सर, hospital campus shooting in US Oklahoma, 4 dead including 1 gunman. How do you see this deadly massive shooting series across the country? ये अगेन जो सीरीज ऑफ इंसिडेंट्स हो रहे हैं यूएस के अंदर, जहाँ पे लोग गन अपने फेलो सिटीजन पे यूज़ कर रहे हैं। फंडामेंटली कोई आदमी गन से दूसरे आदमी को कैसे मार सकता है अगर उसके पास गन हो? तो फंडामेंटल प्रॉब्लम है गन्स का एक्सेस जो इतना इजी। देखो, हम लोग ना कई बार हिस्ट्री की उन चीज़ों पे रिजिड हो जाते हैं जो आज की डेट में रेलेवेंट नहीं होती। उनके सेकंड अमेंडमेंट में ये लिखा है कॉन्स्टिट्यूशन के दैट एवरीवन हैज़ द राइट टू बियर आर्म्स। उसका उस टाइम पे पर्पस ये था कि जो लोग इंडिपेंडेंट यूएस से बना रहे थे उनकी फाइट्स थी सर्टन, चाहे वो दूसरी कंट्रीज थी, चाहे फ्रांस थी, चाहे वो नेटिव अमेरिकन्स थे, उनके साथ फाइट थी। तो टू बॉल्स्टर देयर फोर्सेस, और क्योंकि ऐसे थोड़ा सा लॉ एंड ऑर्डर उस तरह का नहीं था ताकि लोग अपने आप को प्रोटेक्ट कर पाएँ, उस टाइम पे उनको वेपन्स रखने की परमिशन मिली। आज वो अपने कॉन्स्टिट्यूशन को सब कुछ मानते हैं, मानना भी चाहिए। कॉन्स्टिट्यूशन एक ऐसी बुक है जो आपके आज का जो स्पिरिट है, उस सोसाइटी की जो स्पिरिट है उसको कैप्चर करे। अगर कोई ऐसा उसके अंदर रूल है या आर्टिकल है विच इज़ नॉट यूजफुल इन टुडेज एनवायरनमेंट, उसको चेंज करना पॉसिबल है, बुक अमेंडेबल है। कॉन्स्टिट्यूशन ऐसा नहीं है कि फिक्स्ड है। कॉन्स्टिट्यूशन और रिलीजियस बुक में यही तो फ़र्क है कि ये टाइम के साथ बदलेगी, इसमें बदलाव आएगा जी। तो मेरे को लगता है कि अमेरिकन्स को अपने सेकंड राइट को छोड़ देना चाहिए। ये राइट आज उनके लिए एक बहुत बड़ा खतरा बन गया है। ऐसे राइट का आपको क्या फ़ायदा जो अंत में आपके यूथ को, आपके बच्चों की जान को खतरे में डाले। जी। तो ये एक पहला पार्ट है इसका। सेकेंडली, वो वहाँ की सोसाइटी के माइंड में जो एक विकृति, जो एक अनहैप्पीनेस है, जो आप ब्लाइंडली सिर्फ मटीरियलिस्ट चीज़ों को फॉलो करोगे, जब आप ब्लाइंडली पूरी दुनिया को एक्सप्लॉइट करने वाले माइंडसेट से रहोगे, और वहाँ पे जो ड्रग्स की प्रेवलेंस है ये उस माइंडसेट को दिखाता है। तो अब जैसे इंडिया जैसी कंट्री में एक फैमिली लिविंग, कम्युनिटी लिविंग का जो कल्चर है, ये स्ट्रक्चर कुछ सोच समझ के बने थे। ये इवॉल्व हुए थे हज़ारों सालों में, कि जहाँ पे हर आदमी के लो टाइम आते हैं, हाई टाइम आते हैं। उस टाइम पे उसकी फैमिली उसको ग्राउंडेड रखती है, ना वो उसको ज़्यादा नीचे जाने देती है, ना वो उसको ज़्यादा हवा में आने देती है।
तो मेरे को ये लगता है कि ये एक थोड़ा सा कल्चरल माइंडसेट जो वहाँ के यूथ आजकल के डिसएम्पावर्ड फील कर रहे हैं, राइट, ये उन सब चीज़ों का एंड रिजल्ट है। पर आप इस प्रॉब्लम को, जैसे अभी हम पंजाब के केस में भी बात कर रहे थे कि अगर आप सारे लाइसेंस गन्स भी जब्त कर लोगे तो वहाँ पे अगर आप गन्स को बिल्कुल फ्रीज ही कर दोगे, गन्स को आप गवर्नमेंट वहाँ पे भी ऐसा सिमिलर एक्शन ले सकती है। और सेकंड अमेंडमेंट के ऊपर एक अच्छी खासी डिबेट होनी चाहिए सीरियसली, और सेकंड अमेंडमेंट को एज अ राइट नहीं रहने देना चाहिए। अब किसी दूसरे देश के कॉन्स्टिट्यूशन के बारे में बात करना बड़ा आसान है जी, शायद वहाँ के लोग इमोशनली उससे जुड़े हैं, पर मेरे को इसका कोई लॉजिक नज़र नहीं आता है। अगर आज लोग कहते हैं जी आज भी तो कोई हमारे घर पे अटैक कर सकता है, वो सिचुएशन बनी कैसे? क्योंकि जो हैं फायर आर्म्स वो इजीली अवेलेबल है। जो ऑफ कोर्स जो नेगेटिव एलिमेंट हैं, जो लुटेरे हैं या एंटी सोशल एलिमेंट्स हैं, उनके पास तो गन है क्योंकि उनको भी इजीली अवेलेबल है। तो सबसे पहले तो आप गन का एक्सेस ही अपनी कंट्री से बंद करो, तभी आप कॉमन आदमी को तभी प्रोटेक्शन दे सकते हो जी। आज ये जो फायर वाले इंसिडेंट हो रहे हैं जहाँ पे ऐसे लोग मारे जा रहे हैं अचानक, ये गैंगस्टर्स नहीं कर रहे, ये कॉमन पब्लिक है, डिसग्रंटल यूथ है या जिसकी मेंटल सिचुएशन ठीक नहीं है, उसके पास इजी एक्सेस है। उसके घर की अलमारी में एक बंदूक पड़ी हुई है, सेमी ऑटोमेटिक वेपन पड़ा हुआ है, और उसका एक दिन दिमाग का फ्यूज उड़ता है और वो जाके लोगों को मार के आ जाता है, और फिर पुलिस एक्शन में जनरली वो भी मारा जाता है। क्या रिजल्ट निकलता है इसका? तो मेरे को लगता है कि इस वक्त अमेरिकन सोसाइटी को, और मैं कहता हूं ग्लोबल सोसाइटी को, ये देखना चाहिए कि क्या आम पब्लिक आर्म्ड होनी चाहिए। क्या आज जब हम बोल रहे हैं कि हम एक डेवलप्ड सिविलाइजेशन बनते जा रहे हैं, एक नया वर्ल्ड ऑर्डर में जा रहे हैं, तो क्या आज चाहे अमेरिका हो, चाहे इंडिया हो, चाहे कनाडा हो, चाहे ऑस्ट्रेलिया हो, क्या किसी भी कॉमन सिटीजन के पास फायर आर्म्स या कोई भी वेपन होने का लॉजिक बनता है? जी, ये क्वेश्चन इस वक्त हम सबको एक दूसरे से पूछना है। किन किन सिनेरियो में बनता है, कैसे इसको मिनिमाइज किया जा सकता है, तभी हम इस प्रॉब्लम को सॉर्ट कर सकते हैं। सो थैंक यू सो मच फॉर योर व्यूज सर। सो अगली बार फिर हाजिर होंगे नई खबरों के सही विश्लेषण के साथ। तब तक आप जुड़े रहिए हमारे चैनल के साथ और अपने सुझाव जरूर दीजिए हमें कमेंट सेक्शन में। थैंक यू सो मच।